गुड मॉर्निंग स्टूडेंट्स। ये अप्लाइड मैकेनिक्स सब्जेक्ट था। चैप्टर 2 है लॉज ऑफ फोर्सेस एंड द टॉपिक इज लैमिस थ्योरम. So what is Lami's theorem? The statement is, if three forces act at a point are in equilibrium, then each force is proportional to the sine of the angle between the other two forces. The meaning is कि जेकर ਤਿੰਨ ਫੋਰਸਿਸ ਕਿਸੇ ਬੋਡੀ ਤੇ ਲੱਗ ਰਹੀਆਂ ਨੇ ਤੇ ਉਹ ਤਿੰਨੋਂ ਫੋਰਸਿਸ ਇਕੁਲਿਬਰੀਅਮ ਦੀਆਂ ਕੰਡੀਸ਼ਨਸ ਜਿਹੜੀਆਂ ਨੇ ਉਹ ਕ੍ਰੀਏਟ ਕਰ ਰਹੀਆਂ ਨੇ, ਇਕੁਲਿਬਰੀਅਮ ਐਗਜ਼ਿਸਟ ਕਰ ਰਿਹਾ ਹੈ, ਤਾਂ ਹਰ ਇੱਕ ਫੋਰਸ ਪ੍ਰੋਪੋਰਸ਼ਨਲ ਹੋਏਗੀ ਬਾਕੀ ਦੋ ਫੋਰਸਿਸ ਦੇ ਵਿੱਚ ਜਿੰਨਾ ਐਂਗਲ ਹੈ ਸਾਈਨ ਆਫ ਉਹਨਾਂ ਉਸ ਦੇ। ਜਿਵੇਂ ਕਿ ਇਸ ਸਲਾਈਡ ਦੇ ਵਿੱਚ ਜਿਹੜਾ ਫੋਰਸ ਡਾਇਗਰਾਮ ਸ਼ੋ ਕੀਤਾ ਹੋਇਆ ਹੈ, ਤਿੰਨ ਫੋਰਸਿਸ ਨੇ A, B ਤੇ C, ਇਹ ਕਿਸੇ ਇੱਕ ਪੁਆਇੰਟ ਤੇ ਲੱਗ ਰਹੀਆਂ ਨੇ ਤੇ ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਐਂਗਲ ਹੈ ਉਹ ਹੈ ਅਲਫਾ, ਬੀਟਾ ਤੇ ਗਾਮਾ ਦਾ। ਨਾਓ ਅਕੋਰਡਿੰਗ ਟੂ ਦ ਲੈਮਿਸ ਥਿਓਰਮ ਜਿਹੜੀ ਹਰ ਇੱਕ ਫੋਰਸ ਹੈ ਜੇ ਉਹ ਪ੍ਰੋਪੋਰਸ਼ਨਲ ਜੇਕਰ ਇਹ ਇਕੁਲਿਬਰੀਅਮ ਦੀ ਕੰਡੀਸ਼ਨਸ ਨੂੰ ਸੈਟਿਸਫਾਈ ਕਰਦੀਆਂ ਨੇ ਤਾਂ ਹਰ ਇੱਕ ਫੋਰਸ ਪ੍ਰੋਪੋਰਸ਼ਨਲ ਹੋਏਗੀ ਬਾਕੀ ਦੋਨਾਂ ਫੋਰਸਿਸ ਦੇ ਵਿੱਚ ਜਿੰਨਾ ਐਂਗਲ ਹੈ ਸਾਈਨ ਉਸ 'ਤੇ। ठीक है जी, जिमें कि आप ए फोर्स की गल करते हैं, ए फोर्स प्रोपोर्शनल होएगी साइन ऑफ द एंगल बिटवीन द बी एंड सी, यानी कि आप कह सकते हैं ए इज़ प्रोपोर्शनल टू साइन अल्फा। उसी तरह ही बी फोर्स प्रोपोर्शनल होएगी साइन ऑफ द एंगल बिटवीन ए एंड सी, यानी कि बी प्रोपोर्शनल है साइन बीटा दे। उसी तरह ही सी फोर्स प्रोपोर्शनल होएगी साइन ऑफ द एंगल बिटवीन ए एंड बी, सो सी इज़ प्रोपोर्शनल टू साइन गैमा। सो आप लैमिस थ्योरम की स्टेटमेंट के अकॉर्डिंगली ये कह सकते हैं कि ए अपॉन साइन अल्फा विल बी इक्वल्स टू बी अपॉन साइन बीटा इक्वल्स टू सी अपॉन साइन गैमा। नाउ द एप्लीकेशंस ऑफ लैमिस थ्योरम, ਐਪਲੀਕੇਸ਼ਨਸ ਜਿਹੜੀਆਂ ਨੇ ਕਿ ਆਪਾਂ ਲੈਮਿਸ ਥਿਓਰਮ ਨੂੰ ਕਿੱਥੇ ਯੂਜ਼ ਕਰਦੇ ਹਾਂ, ਕਿੱਥੇ ਕਿੱਥੇ ਇਸ ਦੀਆਂ ਯੂਜ਼ੇਜ ਹੋ ਸਕਦੀਆਂ ਨੇ। ਸੋ ਬੇਸਿਕਲੀ ਜਿਹੜੀ ਲੈਮਿਸ ਥਿਓਰਮ ਹੈ ਸਟੂਡੈਂਟਸ, ਇਹ ਬੀਮਸ ਦੀਆਂ ਪ੍ਰੋਬਲਮਸ, ਸਪਰਿੰਗ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਜਾਂ ਆਪਾਂ ਸਾਈਡਸ ਆਫ ਟਰਾਇੰਗਲ, ਰਾਈਟ ਐਂਗਲ ਟਰਾਇੰਗਲ ਹੈ, ਉਹਦੀਆਂ ਲੈਂਥ ਆਫ ਸਾਈਡ ਫਾਈਂਡ ਕਰਨੀ ਹੈ, ਅਸੀਂ ਲੈਮਿਸ ਥਿਓਰਮ ਨੂੰ ਯੂਜ਼ ਕਰ ਸਕਦੇ ਹਾਂ। ਜਾਂ ਜਿਹੜਾ ਲੈਮਿਸ ਥਿਓਰਮ ਹੈ ਇੱਕ ਐਜ਼ ਏ ਟੂਲ ਯੂਜ਼ ਕੀਤਾ ਜਾਂਦਾ ਹੈ ਅਨਨੋਨਸ ਨੂੰ ਫਾਈਂਡ ਕਰਨ ਵਾਸਤੇ, ਇਕੁਲਿਬਰੀਅਮ ਦੀਆਂ ਜਿਹੜੀਆਂ ਰਿਲੇਟਿਡ ਪ੍ਰੋਬਲਮਸ ਹੈ ਉੱਥੇ। ਠੀਕ ਹੈ, ਸੋ ਜਿਹੜੀ ਲੈਮਿਸ ਥਿਓਰਮ ਹੈ ਉਸ ਦੀ ਜਿਹੜੀ ਮੋਸਟ ਐਪਲੀਕੇਬਿਲਿਟੀ ਹੈ ਉਹ ਸਟਰਕਚਰਲ ਮਕੈਨਿਕਸ ਦੇ ਵਿੱਚ ਹੈ। ਨਾਓ ਦ ਲਿਮਿਟੇਸ਼ਨਸ ਪਾਰਟ, ਕਿ ਇਸ ਦੀਆਂ ਡਿਸਐਡਵਾਂਟੇਜਸ ਕੀ ਹੋਣਗੀਆਂ। ਸਭ ਤੋਂ ਪਹਿਲਾਂ ਤਾਂ ਇਹ ਐਪਲੀਕੇਬਲ ਹੈ ਸਿਰਫ ਜਿੱਥੇ 3 ਫੋਰਸਿਸ ਇਨਵੋਲਵਡ ਹੈ। ਜੇਕਰ ਸਾਡਾ ਫੋਰਸ ਸਿਸਟਮ ਹੈ ਉਸ ਦੇ ਵਿੱਚ 3 ਤੋਂ ਵੱਧ ਫੋਰਸਿਸ ਇਨਵੋਲਵਡ ਹੋਣ ਤਾਂ ਅਸੀਂ ਉੱਥੇ ਲੈਮਿਸ ਥਿਓਰਮ ਨਹੀਂ ਯੂਜ਼ ਕਰ ਸਕਦੇ। ਅਤੇ ਦੂਜੀ ਲਿਮਿਟੇਸ਼ਨ ਇਹ ਹੈ ਕਿ ਇਟ ਇਜ਼ ਐਪਲੀਕੇਬਲ ਟੂ ਓਨਲੀ ਕੋਪਲੈਨਰ, ਕੌਨਕੂਰੈਂਟ ਐਂਡ ਨੋਨ ਕੋਲੀਨੀਅਰ ਫੋਰਸਿਸ। ਬਟ ਜੇਕਰ ਸਾਡੇ ਫੋਰਸ ਸਿਸਟਮ ਦੇ ਵਿੱਚ ਨੋਨ ਕੋਪਲੈਨਰ ਫੋਰਸਿਸ ਹੋਣ ਅਤੇ ਨੋਨ ਕੌਨਕੂਰੈਂਟ ਫੋਰਸਿਸ ਹੋਣ ਤੇ ਕੋਲੀਨੀਅਰ ਫੋਰਸਿਸ ਐਗਜ਼ਿਸਟ ਕਰਦੀਆਂ ਹੋਣ ਤਾਂ ਅਸੀਂ ਲੈਮਿਸ ਥਿਓਰਮ ਨਹੀਂ ਅਪਲਾਈ ਕਰ ਸਕਦੇ। ਨਾਓ ਦਾ ਪਾਰਟ ਆਫ ਪ੍ਰੂਫ, ਹੁਣ ਇਸ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਇਸ ਦੀ ਜਿਹੜੀ ਨੋਟੇਸ਼ਨ ਹੈ, ਮੈਥਮੈਟੀਕਲ ਐਕਸਪ੍ਰੈਸ਼ਨ ਹੈ, ਉਹ ਕਿੱਦਾਂ ਆਇਆ ਉਸ ਬਾਰੇ ਦੱਸਾਂਗੇ। ਜਿਹੜੀਆਂ ਆਪਾਂ 3 ਫੋਰਸਿਸ ਪਹਿਲਾਂ ਐਜ਼ਿਊਮ ਕੀਤੀਆਂ ਸੀ, ਐਨੀ 3 ਫੋਰਸਿਸ ਕੋਈ ਵੀ ਲੈ ਲਓ, A, B ਤੇ C, ਉਹਨਾਂ ਤਿੰਨਾਂ ਦੇ ਵਿੱਚ ਜਿਹੜਾ ਐਂਗਲ ਹੈ ਅਲਫਾ, ਬੀਟਾ, ਗਾਮਾ, ਉਹ ਮੈਂ ਇੱਥੇ ਫਸਟ ਪਿਕਚਰ ਦੇ ਵਿੱਚ ਫਸਟ ਡਾਇਗਰਾਮ 'ਚ ਡਰਾ ਕਰ ਲਿਆ। ਹੁਣ ਅਸੀਂ ਇਸ ਫੋਰਸ ਡਾਇਗਰਾਮ ਤੋਂ ਵੈਕਟਰ ਡਾਇਗਰਾਮ ਬਣਾਵਾਂਗੇ। ਵੈਕਟਰ ਡਾਇਗਰਾਮ ਕਿਵੇਂ ਬਣਦੀ ਹੈ, ਜਿਹੜੀ ਵੀ ਫੋਰਸ ਹੈ ਉਸ ਫੋਰਸ ਦੇ ਸਾਹਮਣੇ ਉਸਦਾ ਪੈਰਲਲ ਲਾਈਨ ਆਫ ਐਕਸ਼ਨ ਡਰਾ ਕੀਤਾ। ਸਪੋਜ਼ A ਦਾ ਮੈਂ ਵੈਕਟਰ ਡਰਾ ਕਰ ਲਿਆ, ਉਸ ਤੋਂ ਬਾਅਦ ਤੁਸੀਂ C ਦੇ ਪੈਰਲਲ C ਦਾ ਵੈਕਟਰ ਡਰਾ ਕਰੋ, ਦੈਨ B ਦੇ ਪੈਰਲਲ B ਦਾ ਵੈਕਟਰ ਡਰਾ ਕਰੋ। ਤਾਂ ਇਸ ਤਰ੍ਹਾਂ ਤੁਹਾਡੇ ਕੋਲ ਇੱਕ ਕਲੋਜ਼ਡ ਪੋਲੀਗਨ ਬਣ ਗਿਆ, ਕਲੋਜ਼ ਟਰਾਇੰਗਲ ਬਣ ਗਈ ਹੈ। ਹੁਣ ਕੀ ਕਰਾਂਗੇ ਆਪਾਂ, ਜਿੰਨੇ ਐਂਗਲਸ ਦਿੱਤੇ ਹੋਏ ਸੀ ਅਲਫਾ, ਬੀਟਾ ਅਤੇ ਗਾਮਾ, ਉਹ ਅਸੀਂ ਇੱਥੇ ਅਪਲਾਈ ਕਰ ਦੇਣੇ ਹੈ ਜਿਹੜੀ ਅਸੀਂ ਵੈਕਟਰ ਡਾਇਗਰਾਮ ਬਣਾਈ ਹੈ। ਠੀਕ ਹੈ ਜੀ, ਜਿਵੇਂ ਕਿ A ਅਤੇ C ਦੇ ਵਿੱਚ ਐਂਗਲ ਹੈ ਬੀਟਾ, ਤਾਂ ਹੁਣ ਇਸ ਟਰਾਇੰਗਲ ਦੇ ਵਿੱਚ A ਅਤੇ C ਦੇ ਵਿੱਚ ਅਸੀਂ ਉਹ ਬੀਟਾ ਐਂਗਲ ਨੂੰ
शो कर देना है। उसी तरह ए ते बी दे विच एंगल है गामा, तो इत्थे ट्रायंगल दे विच ए ते बी दे विच असीं उस गामा नूं शो कर दिता। उसी तरह ही बी ते सी दे विच एंगल है अल्फा, तो ट्रायंगल दे विच असीं बी ते सी दे विच एंगल अल्फा शो कर दिता। हुण तुसीं देखो स्टूडेंट्स, इस ट्रायंगल दे आउटसाइड एंगल्स जिहड़े ने वो असीं अप्लाई करते ने। हुण असीं की करना है, इस ट्रायंगल दे इंटीरियर एंगल्स नूं कंप्लीट करना है। ठीक है जी। नाउ जिवें आपां गल करिए ए ते बी दे पार्ट दी, हाफ आउटसाइड एंगल इज़ गामा, तो इनसाइड एंगल की होएगा 180 माइनस गामा। क्यों होएगा? बिकॉज ये सानू रूल पता है भी एक लाइन दे उत्ते जिहड़े सम ऑफ ऑल द एंगल्स ऑन ए पर्टिकुलर लाइन विल बी इक्वल टू 180 ਦੇ ਬਰਾਬਰ ਹੋਣਾ ਚਾਹੀਦਾ। ਤਾਂ ਫਿਰ ਜੇਕਰ ਇਸ ਲਾਈਨ ਦੇ ਉੱਤੇ ਜੇਕਰ ਸਾਡੇ ਕੋਲ ਇੱਕ ਐਂਗਲ ਗਾਮਾ ਦਾ ਹੈ ਤਾਂ ਦੂਜਾ ਐਂਗਲ ਹੋਊਗਾ 180 ਮਾਈਨਸ ਗਾਮਾ। ਉਸੇ ਤਰ੍ਹਾਂ ਹੀ ਇਸ ਪਾਰਟ ਤੇ ਦੇਖੀਏ, ਇਸ ਲਾइन ਦੇ ਉੱਤੇ ਜਿਹੜੇ ਦੋ एंगल्स बन रहे हैं इंटीरियर एंड एक्सटीरियर, एक्सटीरियर एंगल अल्फा है, इंटीरियर एंगल होगा 180 माइनस अल्फा। उसी तरह ही आप तीजा एंगल फाइंड कर लाँगे, वो आ जाएगा 180 माइनस बीटा। हुण जो साडे कोल तीनों इंटीरियर एंगल्स इस ट्रायंगल दे पूरे हो गए तो आप साइन लॉ यूज़ करांगे। साइन लॉ मैं सैपरेटली इत्थे बॉक्स से भी शो किया होया फॉर योर रेफरेंस। तो आप साइन लॉ की इक्वेशन जिहड़ी है वो अप्लाई कर दी। हुण इस तो बाद की है कि साइन 180 माइनस थीटा इज इक्वल्स टू साइन थीटा। सो आप ये जड़ा है साइन लॉ ते अप्लाई कर देंगे, दैन विल गेट द सेकेंड फॉर्म ए अपॉन साइन अल्फा इक्वल्स टू बी अपॉन साइन बीटा इक्वल्स टू सी अपॉन साइन गामा। सो एक ही चीज़ है स्टूडेंट्स, ये है साडी लेमिस थ्योरम की स्टेटमेंट। नाउ मैं प्रॉब्लम से पार्ट ते आवांगी। सो पहली प्रॉब्लम जड़ी है वो है एक लैंप की प्रॉब्लम। एक लैंप है जिसका वेट जड़ा है 600 ग्राम दिता हुआ है एंड ये सीलिंग तो एक चेन दे नाल टंगिया हुआ है। फिर उस चेन नूं आपां एक कॉर्ड नाल बन के खिंचते हैं जब तक कि एंगल साडे कोल 60 डिग्री नहीं हो जाता। तो फाइंड द टेंशन इन द कॉर्ड एंड इन द चेन बाय लेमिस थ्योरम। ठीक है, हुण असीं इस कॉर्ड ते इस चेन दे विच टेंशन वैल्यू, फोर्स की वैल्यू फाइंड करनी है लेमिस दे नाल। तो स्टूडेंट्स इस च आपां की करांगे, सब तो पहला आपां फोर्सिस ड्रॉ कर लांगे, इसकी फ्री बॉडी डायग्राम बना लांगे। सो टेंशन इन द कॉर्ड इज़ P1, लेट द टेंशन इन द चेन इज़ P2 जो आपां फाइंड करनियां ने। एंड तीजी फोर्स हैगी आ लैंप का जिहड़ा मास दिता होया, वेट दिता होया, ये दिता होया 600 ग्राम। तो आप ग्राम नूं किलोग्राम्स कन्वर्ट कर लांगे। सो 0.6 kg। सो P1 P2 एंड 0.6 kg तीन फोर्सिस बन गई। हुण आप इन्हां तिन्हां दे एंगल्स नूं कंप्लीट करांगे। तो सब तो पहला स्टूडेंट्स फर्स्ट पिक्चर नूं देखते हैं। आपां नूं ये एंगल 60 डिग्री का दिता होया सी। सो दिस 60 विल बी इक्वल्स टू दिस एंगल विल बी ऑल्सो 60। इंटीरियर कंजैक्टिव एंगल्स के रूल के मुताबिक। तो जेकर ये 60 डिग्री का एंगल है तो आ एंगल साढ़े कोल 90 का है, राइट एंगल है। सो 90 तो 60 हो गया 150। ठीक है जी। फिर ये वाला एंगल देखो, दिस एंगल इज़ 90, राइट एंगल है। सो ये 90 का लिखता। तो हुण साढ़े कोल तीसरा एंगल रह गया। तो जेकर आप 360 के विचों आ दोनों एंगल्स 150 तो 90 का जोड़ माइनस कर दिए तो साढ़े कोल तीसरा एंगल आ जाऊगा। सो 150 प्लस 90 240, 360 चो आप 240 माइनस करिए तो साढ़े कोल 120 आ गया। तो हुण साढ़े कोल तीनों फोर्सिस ते तीन एंगल कंप्लीट हो गए। हुण सोल्यूशन के पार्ट ते चलते हैं। सो हुण इत्थे मैं तीनों फोर्सिस ते उन्हां दे तीन एंगल बना लेते। नाउ वी विल अप्लाई द लेमिस थ्योरम। लेमिस थ्योरम के अकॉर्डिंगली हर एक फोर्स प्रोपोर्शनल होएगी साइन ऑफ द एंगल बिटवीन अदर टू फोर्सेस। P1 अपॉन साइन 150, P2 अपॉन साइन 90 एंड 0.6 अपॉन साइन 120। तो ये आप लेमिस थ्योरम यूज़ कर लेते। हुण इस इक्वेशन दे विच साडे कोल दो अननोन्स ने P1 ते P2। हुण आपां P1 ते P2 नूं
ਵਾਰੋ ਵਾਰੀ ਇਸ ਥਰਡ ਪਾਰਟ ਦੇ ਨਾਲ ਇਕੁਏਟ ਕਰਨਾ ਹੈ ਤੇ ਸਾਡੇ ਕੋਲ ਸਾਡੇ ਆਨਸਰਸ ਆ ਜਾਣਗੇ। ਜਿਵੇਂ P1 ਨੂੰ ਅਸੀਂ 0.6 upon sin 120 ਨਾਲ ਇਕੁਏਟ ਕੀਤਾ, ਵੀ ਵਿਲ ਗੈਟ ਦਾ ਆਨਸਰ ਆਫ P1। ਫਿਰ ਅਸੀਂ P2 ਦੇ ਪਾਰਟ ਨੂੰ 0.6 ਨਾਲ ਇਕੁਏਟ ਕੀਤਾ ਤਾਂ ਸਾਡੇ ਕੋਲ ਸੈਕਿੰਡ ਆਨਸਰ ਆ ਜਾਏਗਾ। ਇਸ ਤਰ੍ਹਾਂ ਸਾਡੀ ਪ੍ਰੋਬਲਮ ਜਿਹੜੀ ਹੈ ਸੋਲਵ ਹੋ ਗਈ। ਦੈਨ ਸੈਕਿੰਡ ਪ੍ਰੋਬਲਮ ਦੇ ਵਿੱਚ ਸਾਨੂੰ ਦਿੱਤਾ ਹੋਇਆ ਹੈ ਕਿ ਇੱਕ ਗਰਲ ਇੱਕ ਟਾਇਰ 'ਤੇ ਬੈਠੀ ਹੋਈ ਹੈ, ਠੀਕ ਹੈ, ਅਤੇ ਇਸਦਾ ਸਾਨੂੰ ਜਿਹੜਾ ਟੋਟਲ ਟਾਇਰ ਅਤੇ ਗਰਲ ਦਾ ਜਿਹੜਾ ਮਾਸ ਹੈ ਉਹ 60 kg ਹੈ। ਡਿਟਰਮਿਨ ਦ ਟੈਂਸ਼ਨਸ ਇਨ ਦਾ ਰੋਪਸ AC ਐਂਡ BC। ਇਹ ਜਿਹੜੀਆਂ ਰੋਪਸ ਨੇ AC ਅਤੇ BC ਦੀ, ਇਹਨਾਂ ਦੇ ਵਿੱਚ ਟੈਂਸ਼ਨ ਵੈਲਿਊ ਫਾਈਂਡ ਕਰੋ ਕਿੰਨੀ ਹੋਏਗੀ। ਦੈਨ ਜਿਹੜੀ ਟੈਂਸ਼ਨ ਵੈਲਿਊ ਆਪਾਂ ਰੋਪਸ ਦੇ ਵਿੱਚ ਫਾਈਂਡ ਕਰਨੀ ਹੈ, ਆਪਾਂ ਉਹਨਾਂ ਨੂੰ ਨੇਮ ਦੇ ਦਾਂਗੇ। ਟੈਂਸ਼ਨ AC T, ਟੈਂਸ਼ਨ BC TBC। ਇਹ ਐਂਗਲ ਸਾਨੂੰ ਦਿੱਤੇ ਹੋਏ ਨੇ ਸਾਡੀ ਪ੍ਰੋਬਲਮ ਦੇ ਵਿੱਚ, ਠੀਕ ਹੈ ਜੀ। ਦੈਨ ਗਰਲ ਅਤੇ ਟਾਇਰ ਦਾ ਟੂਗੈਦਰ ਸਾਨੂੰ ਮਾਸ ਦਿੱਤਾ ਹੋਇਆ ਸੀ 60 ਕਿਲੋਗ੍ਰਾਮ। ਤਾਂ ਆਪਾਂ ਮਾਸ ਨੂੰ ਪਹਿਲਾਂ ਵੇਟ 'ਚ ਕਨਵਰਟ ਕਰਾਂਗੇ। ਫਾਰਮੂਲਾ ਸਾਡੇ ਕੋਲ ਹੈ W = ਮਾਸ ਇੰਟੂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਜਿਹਦੀ ਵੈਲਿਊ ਹੁੰਦੀ ਹੈ 9.81। ਸੋ 60 ਨੂੰ ਅਸੀਂ 9.81 ਨਾਲ ਮਲਟੀਪਲਾਈ ਕਰਾਂਗੇ, ਸਾਡੇ ਕੋਲ W ਦੀ ਵੈਲਿਊ ਆ ਜਾਏਗੀ 588.6। ਸੋ ਅਸੀਂ ਉਹ ਤੀਸਰੀ ਫੋਰਸ ਇੱਥੇ ਸ਼ੋ ਕਰ ਦਿੱਤੀ। ਹੁਣ ਸਾਡਾ ਸੈਕਿੰਡ ਟਾਸਕ ਹੈ 3 ਐਂਗਲਸ ਨੂੰ ਕੰਪਲੀਟ ਕਰਨ ਦਾ। ਤਾਂ 45 ਅਤੇ 30 ਦਾ ਐਂਗਲ ਸਾਨੂੰ ਆਲਰੇਡੀ ਦਿੱਤਾ ਹੋਇਆ ਸੀ ਕੁਐਸਚਨ ਦੇ ਵਿੱਚ। ਪਹਿਲਾਂ ਤਾਂ ਉਹ ਐਂਗਲਸ ਲਿਖ ਲਿੱਤੇ। ਉਸ ਤੋਂ ਬਾਅਦ ਸਾਨੂੰ ਇਹ ਐਂਗਲਸ ਦਿੱਤੇ ਹੋਏ ਹੈ, ਇਹ ਐਂਗਲ ਸਾਨੂੰ ਪਤਾ ਹੈ ਕਿ ਇਹ 90 ਡਿਗਰੀ ਦਾ ਹੈ, ਆਹ ਵਾਲਾ ਐਂਗਲ ਵੀ 90 ਡਿਗਰੀ ਦਾ ਹੈ, ਤਾਂ ਆਪਾਂ ਇਹਨੂੰ ਇਹਦੇ 'ਚ ਜੋੜ ਦਾਂਗੇ। ਸੋ 90 + 45 45 ਡਿਗਰੀ, ਇਹ ਹੋ ਜਾਏਗਾ 135 ਡਿਗਰੀ। 90 + 30 ਇਹ ਹੋ ਜਾਏਗਾ 120। ਤਾਂ ਹੁਣ ਤੀਸਰਾ ਐਂਗਲ ਕਿਵੇਂ ਫਾਈਂਡ ਕਰਨਾ ਸਟੂਡੈਂਟਸ? ਇਹਨਾਂ ਦੋਨਾਂ ਨੂੰ ਜੋੜ ਦਿਓ, 135 ਅਤੇ 120। ਜੋ ਇਹਨਾਂ ਦਾ ਸਮ ਹੈ ਉਸਨੂੰ 360 ਚੋਂ ਮਾਈਨਸ ਕਰ ਦਾਂਗੇ ਤਾਂ ਸਾਡੇ ਕੋਲ ਤੀਸਰਾ ਐਂਗਲ ਆ ਗਿਆ, ਠੀਕ ਹੈ। ਇਸ ਤਰ੍ਹਾਂ ਸਾਡੇ ਕੋਲ 3 ਫੋਰਸਿਸ ਅਤੇ 3 ਐਂਗਲ ਪੂਰੇ ਹੋ ਗਏ। ਹੁਣ ਆਪਾਂ ਕਰਾਂਗੇ ਲੈਮਿਸ ਥਿਊਰਮ ਯੂਜ਼। ਤਾਂ ਜਦੋਂ ਆਪਾਂ ਲੈਮਿਸ ਥਿਊਰਮ ਯੂਜ਼ ਕੀਤੀ ਲਾਈਕ ਦਿਸ, ਆਪਾਂ ਹਰ ਇੱਕ ਪਾਰਟ ਨੂੰ ਵਾਰੋ ਵਾਰੀ ਤੀਸਰੇ ਪਾਰਟ ਦੇ ਨਾਲ ਇਕੁਏਟ ਕਰਾਂਗੇ, ਕਿਉਂਕਿ ਸਾਡੇ ਕੋਲ 2 ਅਨਨੋਨਸ ਨੇ TAC ਐਂਡ TBC। ਸੋ ਇਹ 2 ਅਨਨੋਨਸ ਜਿਹੜੇ ਨੇ ਅਨਨੋਨਸ ਆਪਾਂ ਤੀਜੇ ਨਾਲ ਜਦੋਂ ਇਕੁਏਟ ਕਰਾਂਗੇ ਸਾਡੇ ਕੋਲ ਇਹਨਾਂ ਦਾ ਆਨਸਰ ਆ ਜਾਏਗਾ। ਸੋ ਪਹਿਲਾਂ TAC ਨੂੰ ਥਰਡ ਪਾਰਟ ਦੇ ਨਾਲ ਇਕੁਏਟ ਕੀਤਾ ਤਾਂ ਸਾਡੇ ਕੋਲ TAC ਦਾ ਆਨਸਰ ਆ ਗਿਆ। ਫਿਰ ਅਸੀਂ TBC ਨੂੰ ਥਰਡ ਪਾਰਟ ਦੇ ਨਾਲ ਇਕੁਏਟ ਕੀਤਾ ਅਤੇ ਸਾਡੇ ਕੋਲ ਸੈਕਿੰਡ ਆਨਸਰ ਆ ਜਾਏਗਾ। ਇਸ ਤਰ੍ਹਾਂ ਸਾਡੀ ਪ੍ਰੋਬਲਮ ਜੋ ਹੈ ਸੋਲਵ ਹੋ ਗਈ। ਥੈਂਕ ਯੂ ਸੋ ਮਚ।